ਤੁਸੀਂ ਖੁਸ਼ਨਸੀਬੀ ਨਾਲ ਪਾਕਿਸਤਾਨ ਦਾ ਉਹ ਥੀਏਟਰ ਵੇਖਿਆ ਜੀ ਜੀ ਜਿਹਨੂੰ ਪ੍ਰਾਊਡਲੀ ਕਿਹਾ ਜਾਂਦਾ ਸੀ ਕਿ ਫੈਮਿਲੀ ਥੀਏਟਰ, ਫੈਮਿਲੀ ਐਂਟਰਟੇਨਮੈਂਟ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਲਿਖਣ ਦਾ ਵੱਲ ਕਿਧਰੋਂ ਸਿੱਖਿਆ ਤੁਸੀਂ? ਇਹ ਕਿਸ ਤਰ੍ਹਾਂ ਖਿਆਲ ਆਇਆ? ਨਹੀਂ, ਅਸਲ ਦੇ ਵਿੱਚ ਨਾ ਮੇਰੀ ਸਰਵਿਸ ਹੀ ਇੰਨੀ ਹੋ ਗਈ ਸੀ ਕਿ ਮੈਨੂੰ ਉਸ ਕੰਮ ਦੇ ਵਿੱਚ ਜਾਂਚ ਆ ਗਈ। ਮੈਂ ਇਸ ਕੰਮ ਦੇ ਵਿੱਚ ਇਨਵੋਲਵ ਵੀ ਇੰਨਾ, ਮੈਂ ਅਸਲ 'ਚ ਮੈਂ ਦੱਸਿਆ ਨਾ ਕਿ ਮੈਂ ਅਸਿਸਟੈਂਟ ਡਾਇਰੈਕਟਰ ਸਾਂ ਪਹਿਲਾਂ। ਅਤੇ ਅਸਿਸਟੈਂਟ ਡਾਇਰੈਕਟਰ ਦੀ ਡਿਊਟੀ ਇਹ ਹੁੰਦੀ ਕਿ ਉਹਨੂੰ ਪੂਰਾ ਸਕ੍ਰਿਪਟ ਯਾਦ ਹੋਵੇ। ਉਹ ਜੋ ਐਕਟਰ ਅੱਗੇ ਪਰਫਾਰਮ ਕਰ ਰਹੇ ਨੇ ਸਟੇਜ 'ਤੇ, ਉਹ ਪਿੱਛੇ ਵਿੰਗ 'ਚ ਖੜਾ ਪਰਦੇ ਦੇ ਪਿੱਛੇ, ਉਹਨੇ ਜੇ ਕੋਈ ਐਕਟਰ ਭੁੱਲ ਗਿਆ ਤਾਂ ਉਹਨੇ ਪ੍ਰੋਮਪਟ ਕਰਨਾ ਉਹਨਾਂ ਨੂੰ ਵੀ ਇਹ ਲਾਈਨ ਕਰੀ, ਠੀਕ ਹੈ ਨਾ, ਇਹ ਉਹਦੀ ਡਿਊਟੀ ਹੁੰਦੀ ਹੈ। ਅਤੇ ਉਹਦੇ ਵਾਸਤੇ ਮੈਨੂੰ ਸਾਰਾ ਸਕ੍ਰਿਪਟ ਯਾਦ ਹੁੰਦਾ ਸੀ, ਐਕਟਰਾਂ ਨੂੰ ਹੋਵੇ ਨਾ ਹੋਵੇ, ਹਰ ਕਰੈਕਟਰ ਦਾ ਹਰ ਡਰਾਮੇ ਦਾ, ਠੀਕ ਹੈ ਨਾ। ਅਤੇ ਫਿਰ ਉਹ ਇੱਕ ਯਾਨੀ ਕਿ ਉਹ ਚੀਜ਼ ਇੱਕ ਈਜ਼ੀ ਲੱਗਣ ਲੱਗ ਪਿਆ। ਫਿਰ ਬਸ ਕੁਛ ਉਂਝ ਵੀ ਅਫਜ਼ਾਲ ਸਾਹਿਬ ਅੱਲਾ ਜਨ ਨਸੀਬ ਕਰੇ, ਤਮਾਸੀਲ ਵਾਲੇ ਜਿਹੜੇ, ਉਹਨਾਂ ਨਾਲ ਉੱਥੇ ਮੈਂ ਜੋਬ ਵੀ ਕਰਨਾ ਸੀ ਤਮਾਸੀਲ 'ਚ, ਅਤੇ ਡਰਾਮੇ ਦਾ ਮੈਂ ਯਾਨੀ ਕਿ ਡਾਇਰੈਕਟਰ ਵੀ ਸਾਂ। ਉਹਨੇ ਦੇਰ ਨੂੰ 92 'ਚੋਂ ਸ਼ੁਰੂ ਹੋਇਆ ਸੀ। ਫਿਰ ਅਸੀਂ ਉੱਥੇ ਤਮਾਸੀਲ ਚਲਾ ਗਿਆ ਮੈਂ। ਉਹ ਮੈਨੂੰ ਅਮਾਨੁੱਲਾ ਸਾਹਿਬ ਨੇ, ਅੱਲਾ ਜਨਾ, ਹੁਣ ਦੇਖੋ ਨਾ ਜਿਨ੍ਹਾਂ ਦੇ ਨਾਂ ਲੈ ਰਹੇ ਨਾਲ ਪੈ ਰਿਹਾ ਅੱਲਾ ਜਨਾ ਨਸੀਬ ਕਰੇ, ਇਹ ਕੈਸੀ ਗੱਲ ਹੈ, ਠੀਕ ਹੈ ਜੀ। ਅਮਾਨੁੱਲਾ ਸਾਹਿਬ ਨੇ ਅਫਜ਼ਾਲ ਸਾਹਿਬ ਨੂੰ ਕਿਹਾ ਜੀ ਆਸਿਫ ਨੂੰ ਤੁਸੀਂ ਰੱਖ ਲਓ, ਇਹ ਬੜਾ ਇਹ ਤੁਹਾਨੂੰ ਬੜਾ ਯਾਨੀ ਕਿ ਫਾਇਦਾ। ਫਿਰ ਉੱਥੇ ਚਲਾ ਗਿਆ, ਉਹ ਮੇਰੇ ਸਾਹਮਣੇ ਸਾਰਾ ਬਣਿਆ ਤਮਾਸੀਲ, ਅਸੀਂ ਆਪਣੇ ਹੱਥੀਂ ਬਣਾਇਆ। ਸ਼ੁਰੂ ਤੋਂ ਡਰਾਮੇ ਉਹ ਜਿੰਨੇ ਵੀ ਪਾਕਿਸਤਾਨ ਇੰਡਸਟਰੀ ਦੇ ਰਾਈਟਰ ਨੇ, ਵੈਲ ਨੋਨ ਨੇ, ਜਿਹੜੇ ਪਰਵੇਜ਼ ਕਲੀਮ ਸਾਹਿਬ ਹੋ ਗਏ, ਨਾਸਰਦੀਪ ਸਾਹਿਬ ਹੋ ਗਏ, ਉਹ ਕਮਾਲ ਪਾਸ਼ਾ ਸਾਹਿਬ ਹੋ ਗਏ, ਆਗਾ ਹਸਨ ਇੰਤਸਾਲ ਸਾਹਿਬ, ਐਮ ਸ਼ਰੀਫ ਸਾਹਿਬ ਇੱਕ ਹੁੰਦੇ ਸਨ ਟੈਲੀਵਿਜ਼ਨ ਰਾਈਟਰ, ਇਰਫਾਨ ਖੁਸਰ ਸਾਹਿਬ, ਠੀਕ ਹੈ, ਗਯੂਰ ਅਖਤਰ ਸਾਹਿਬ, ਖਾਲਦ ਬਸਡਾਰ ਸਾਹਿਬ। ਇਹ ਫਿਰ ਮੇਰੀ ਡਿਊਟੀ ਸੀ ਕਿ ਮੈਂ ਇਹਨਾਂ ਦੇ ਨਾਲ ਬਹਿ ਕੇ ਸਕ੍ਰਿਪਟ ਯਾਨੀ ਕਿ ਲਿਖਣਾ ਸੀ, ਜਿਹੜਾ ਅਸੀਂ ਡਰਾਮਾ ਸਟੇਜ ਕਰਨਾ ਹੁੰਦਾ ਸੀ। ਬਸ ਫਿਰ ਉਹ ਚੂੰਕਿ ਪ੍ਰੈਕਟਿਸ ਉਹ ਬਣ ਗਈ ਅਤੇ ਫਿਰ ਉਹ ਜਾਂਚ ਪੋਲਿਸ਼ ਹੋ ਗਿਆ ਅਤੇ ਉਹ ਹੌਲੀ ਹੌਲੀ ਫਿਰ ਬਾਕੀ ਇਹ ਵੀ ਹੁਣ ਇਸ ਵੇਲੇ ਫਿਰ ਜਿਹੜਾ ਜ਼ਮਾਨਾ ਚੱਲ ਰਿਹਾ, ਇਹਦੇ 'ਚ ਰਾਈਟਰ ਤਾਂ ਹੈ ਹੀ ਨਹੀਂ। ਜਿਹੜਾ ਹੁਣ ਡਰਾਮਾ ਚੱਲ ਰਿਹਾ ਨਾ, ਇਹਦੇ 'ਚ ਰਾਈਟਰ ਦੀ ਕੋਈ ਲੋੜ ਹੈ ਹੀ ਨਹੀਂ, ਨਾ ਡਾਇਰੈਕਟਰ ਦੀ, ਨਾ ਰਾਈਟਰ ਦੀ। ਇਹ ਸਾਰਾ ਇਹ ਪਾਰ ਐਕਟਰਾਂ ਨੇ ਚੁੱਕੇ ਹੈ, ਐਕਟਰਾਂ ਨੇ ਚੁੱਕਿਆ। ਬਸ ਉਹ ਡਾਂਸ ਡੂੰਸ ਅਤੇ ਜੇ ਉਹ ਨਾਲ ਜੂਤਾਂ ਸ਼ੂਤਾਂ, ਰਿਟਰਨ ਦਾ ਕੋਈ ਐਡਾ ਇਸ਼ੂ ਹੈ ਹੀ ਨਹੀਂ। ਸਕ੍ਰਿਪਟ ਤੋਂ ਬਾਅਦ ਰਿਹਰਸਲ, ਹਾਂਜੀ, ਉਹ ਮੁੱਕ ਗਈ ਗੱਲ ਆ ਹੁਣ। ਇਹ ਕਿਹੜਾ ਦੌਰ ਆਇਆ, ਇਹ ਕਿਉਂ ਹੋਇਆ ਹੈ? ਇਹ ਕੋਈ ਸੋਚੀ ਸਮਝੀ ਤਰੀਕੇ ਨਾਲ ਹੋਇਆ ਹੈ ਜਾਂ ਇਹ ਪਤਾ ਨਹੀਂ ਲੱਗਾ ਸਾਨੂੰ? ਨਹੀਂ, ਇਹ ਦੌਰ ਹੀ ਹੁੰਦਾ ਹੈ। ਇਹ ਬਹੁਤ ਇੱਕ ਦੌਰ ਸੀ ਕਿ ਟੈਸਟ ਕ੍ਰਿਕਟ ਦੇ ਮੈਂ ਚੁੱਕੇ ਕਿ ਆਮ ਫਹਿਮ ਚੀਜ਼, ਉਹਦੀ ਤੁਹਾਨੂੰ ਮਿਸਾਲ ਦੇਣਾ। ਟੈਸਟ ਕ੍ਰਿਕਟ ਇੱਕ ਐਸੀ ਚੀਜ਼ ਸੀ ਕਿ ਜਿਹਨੂੰ ਯਾਨੀ ਕਿ ਸਾਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਸੀ। ਬਿਲਕੁਲ ਸਹੀ। ਉਹਦਾ ਇੱਕ ਆਇਨ ਸੀ, ਠੀਕ ਹੈ, ਇੱਕ ਐਸੀ ਗੇਮ ਸੀ ਕਿ ਉਹਦਾ ਇੱਕ ਆਇਨ ਬਣਿਆ ਸੀ ਟੈਸਟ ਕ੍ਰਿਕਟ ਦਾ, ਕਿ ਇਹ ਸ਼ਾਰਟ ਇੰਝ ਖੇਡਣੀ ਹੈ, ਇਹ ਬਾਲ ਇੰਝ ਕਰਨੀ, ਠੀਕ ਹੈ ਨਾ ਜੀ। ਬਿਲਕੁਲ ਸਹੀ। ਅਤੇ ਉਹ ਆਇਨ ਬਣਿਆ ਸੀ ਟੈਸਟ ਕ੍ਰਿਕਟ ਦਾ। ਅਤੇ ਹੁਣ ਜਿਹੜੀ T20 ਹੋ ਰਹੀ ਹੈ, ਉਹਦੇ ਜਿਹੜੀਆਂ ਸ਼ਾਟਾਂ ਵੱਜਦੀਆਂ ਨੇ, ਉਹ ਕ੍ਰਾਈਮ ਨੇ ਉਸ ਆਇਨ ਦੇ ਹਵਾਲੇ ਨਾਲ। ਬਿਲਕੁਲ ਠੀਕ ਹੈ। ਦੇਖੋ ਨਾ, ਪ੍ਰੋਟੋਕੋਲ ਬ੍ਰੇਕ ਹੋ ਗਿਆ ਉਹਦੇ ਨਾਲ। ਹਾਂ, ਉਹ ਜਿਹੜਾ ਕ੍ਰਿਕਟ ਦਾ ਆਇਨ ਹੈ ਨਾ, ਜਿਹਦੇ 'ਚ ਉਹ ਜਿਹੜੀ ਉਹਦੇ 'ਚ ਰੂਲਸ ਲਿਖੇ ਨੇ ਕਿ ਕ੍ਰਿਕਟ ਦੀ ਕਵਰ ਡਰਾਈਵ ਇੰਝ ਏ, ਹੁੱਕ ਇੰਝ ਏ, ਪੁੱਲ ਸ਼ਾਟ ਇੰਝ ਏ, ਹੁੱਕ ਸ਼ਾਟ ਇੰਝ ਏ, ਆਪਣਾ ਠੀਕ ਹੈ, ਆਨ ਡਰਾਈਵ ਇੰਝ ਏ, ਉਸ ਹਿਸਾਬ ਨਾਲ ਤੁਸੀਂ ਇਹ T20 ਦੀ ਸ਼ਾਟਾਂ ਦੇਖੋ ਨਾ, ਅਤੇ ਇਹ ਕ੍ਰਾਈਮ ਨੇ, ਲੇਕਿਨ ਉਹ ਰਾਈਜ ਨੇ। ਇਹ ਦੌਰ ਹੈ, ਇਹ ਦੌਰ ਚੇਂਜ ਹੁੰਦਾ ਰਹਿੰਦਾ। ਦੇਖੋ, ਕਦੀ ਖੁੱਲ੍ਹੇ ਪਹੁੰਚਿਆਂ ਦਾ, ਕਦੀ ਤੰਗ ਪਹੁੰਚਿਆਂ ਦਾ, ਕਦੀ ਉੱਚੀ ਪਿੱਟਦਾ, ਕਦੀ ਨੀਵੀਂ ਪਿੱਟਦਾ। ਇਹ ਦੁਨੀਆ ਸਰਕਲ ਇਹਨੇ ਘੁੰਮਦੇ ਰਹਿਣਾ। ਹਰ ਦੌਰ ਨੇ ਜਾਣਾ ਹੈ, ਉਹਨੇ ਫਿਰ ਵਾਪਸ ਫਿਰ ਆ ਜਾਏਗਾ। ਉਹ ਇਹ ਥੋੜ੍ਹੀ ਦੇਰ ਬਾਅਦ 2, 4, 10 ਸਾਲ ਬਾਅਦ ਫਿਰ ਉਹੀ ਦੌਰ ਆ ਜਾਏਗਾ ਜਿਹੜਾ ਤੁਸੀਂ ਕਹਿ ਰਹੇ ਹੋ। ਇਹ ਕੋਈ ਮੁਸਤਕਿਲ ਚੀਜ਼ ਨਹੀਂ ਕਿ ਜਿਹੜੀ ਹੁਣ ਹੋ ਰਹੀ ਹੈ, ਜਾਂ ਉਹ ਵੀ ਕੋਈ ਜਿਹੜੀ ਆਉਣੀ ਉਹ ਵੀ ਮੁਸਤਕਿਲ ਨਹੀਂ ਹੋਣੀ। ਇਹ ਫਿਰਦੇ ਹੀ ਰਹਿਣਾ ਹੈ। ਜਿਹੜੀ ਚੀਜ਼ ਸਰਕਲ ਦੇ ਵਿੱਚ ਆ ਗਈ ਹੈ, ਉਹਨੇ ਇਹਦੇ ਵਿੱਚ ਇਹਨੇ ਸਰਕਲ ਦੇ ਵਿੱਚ ਹੀ ਰਹਿਣਾ। ਉਹਨੇ ਕਦੀ ਆ ਜਾਣਾ, ਕਦੀ ਨੀਲਾ ਰੰਗ ਆ ਗਿਆ, ਕਦੀ ਕਾਲਾ ਆ ਗਿਆ, ਕਦੀ ਚਿੱਟਾ ਆ ਗਿਆ। ਉਹ ਫਿਰ ਉਹਨੇ ਟਾਈਮ ਦੇ ਨਾਲ ਆਉਂਦਾ ਹੀ ਰਹਿਣਾ।